ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਪਰਸੋਂ ਆਪਾਂ ਕਿੱਸਾ ਕਾਵਿ ਨਾਲ ਸੰਬੰਧਿਤ ਪ੍ਰਸ਼ਨ ਕੀਤੇ ਸੀ, ਅੱਜ ਉਹਨਾਂ ਦੇ ਆਪਾਂ ਉੱਤਰ ਡਿਸਕਸ ਕਰਾਂਗੇ। ਸੌਰੀ ਕੱਲ ਤਬੀਅਤ ਠੀਕ ਨਹੀਂ, ਇਸ ਲਈ ਮੇਰੇ ਤੋਂ ਵੀਡੀਓ ਅਪਲੋਡ ਨਹੀਂ ਹੋਈ। ਆਪਣਾ ਪਹਿਲਾ ਪ੍ਰਸ਼ਨ ਸੀ, ਵਾਰਿਸ ਸ਼ਾਹ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਆਪਸ਼ਨ ਐੜਾ 1735 ਨੂੰ ਜੰਡਿਆਲਾ ਸ਼ੇਰਖਾਂ ਦੇ ਵਿੱਚ। ਜੇ ਇੱਥੇ ਆ ਜਾਏ ਨਾ ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ ਵਾਰਿਸ ਸ਼ਾਹ ਦਾ ਜਨਮ ਕਦੋਂ ਹੋਇਆ ਸੀ, ਫਿਰ 1735 ਨਹੀਂ, ਉਹਨਾਂ ਦੇ ਅਨੁਸਾਰ ਜਿਹੜਾ ਵਾਰਿਸ ਸ਼ਾਹ ਦਾ ਜਨਮ 1725 ਈਸਵੀ ਨੂੰ ਹੋਇਆ ਸੀ। ਵਾਰਿਸ ਸ਼ਾਹ ਦਾ ਕਿਹੜਾ ਕਿੱਸਾ ਸਭ ਤੋਂ ਵੱਧ ਪ੍ਰਸਿੱਧ ਹੈ? ਤਾਂ ਵਾਰਿਸ ਦੀ ਜਿਹੜੀ ਹੀਰ ਦਾ ਕਿੱਸਾ ਹੈ ਉਹ ਸਭ ਤੋਂ ਵਧੇਰੇ ਪ੍ਰਸਿੱਧ ਹੈ। ਵਾਰਿਸ ਸ਼ਾਹ ਨੇ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ਸੀ? ਤਾਂ ਆਪਸ਼ਨ ਊੜਾ ਕਸੂਰ ਤੋਂ। ਕਿਸ ਨੇ ਆਪਣੇ ਕਿੱਸੇ ਦੀ ਆਪ ਹੀ ਗਾਇਕੀ ਸ਼ੁਰੂ ਕੀਤੀ? ਆਪਸ਼ਨ ਈੜੀ ਵਾਰਿਸ ਸ਼ਾਹ ਨੇ। ਵਾਰਿਸ ਸ਼ਾਹ ਨੂੰ ਹੀਰ ਦਾ ਕਿੱਸਾ ਲਿਖਣ ਲਈ ਕਿਸ ਨੇ ਪ੍ਰੇਰਿਆ ਸੀ? ਆਪਸ਼ਨ ਈੜੀ ਭਾਗਭਰੀ ਨੇ। ਪੀਲੂ ਨੇ ਕਿਹੜਾ ਕਿੱਸਾ ਲਿਖਿਆ? ਆਪਸ਼ਨ ਊੜਾ ਮਿਰਜ਼ਾ ਸਾਹਿਬਾ ਦਾ। ਪੀਲੂ ਨੇ ਆਪਣੀ ਕਵਿਤਾ ਲਈ ਕਿਹੜਾ ਛੰਦ ਦੀ ਵਰਤੋਂ ਕੀਤੀ ਸੀ? ਆਪਸ਼ਨ ਐੜਾ ਦੋਹਰਾ। ਪੀਲੂ ਦੇ ਕਿੱਸੇ ਵਿੱਚੋਂ ਕਿਸ ਦੀ ਜਾਣਕਾਰੀ ਮਿਲਦੀ ਹੈ? ਆਪਸ਼ਨ ਸੱਸਾ। ਇਹਨਾਂ ਸਾਰਿਆਂ ਬਾਰੇ ਹੀ ਜਾਣਕਾਰੀ ਮਿਲਦੀ ਹੈ। ਪੀਲੂ ਨੇ ਆਪਣੇ ਕਿੱਸੇ ਵਿੱਚ ਕਿਹੜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਸੀ? ਤਾਂ ਇਹਦਾ ਉੱਤਰ ਆ ਆਪਸ਼ਨ ਸੱਸਾ ਉਪਰੋਕਤ ਸਾਰੇ ਹੀ। ਭਾਸ਼ਾ ਸ਼ੈਲੀ ਪੱਖੋਂ ਪੀਲੂ ਲਿਖਾਰੀ ਹੈ? ਤਾਂ ਆਪਸ਼ਨ ਸੱਸਾ ਉਪਰੋਕਤ ਸਾਰੇ ਹੀ। ਹਾਸ਼ਮ ਸ਼ਾਹ ਕਿਹੜੇ ਕਾਲ ਦਾ ਸਭ ਤੋਂ ਵੱਡਾ ਕਿੱਸਾਕਾਰ ਹੈ? ਤਾਂ ਹਾਸ਼ਮ ਜਿਹੜਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਸਭ ਤੋਂ ਵੱਡਾ ਕਿੱਸਾਕਾਰ ਹੋਇਆ ਹੈ। ਹਾਸ਼ਮ ਸ਼ਾਹ ਦਾ ਜਨਮ ਕਦੋਂ ਹੋਇਆ? ਤਾਂ ਆਪਸ਼ਨ ਊੜਾ 1753 ਨੂੰ ਜੰਗਦਿਓ ਕਲਾ ਦੇ ਵਿੱਚ ਹੋਇਆ ਸੀ। ਕਈ ਬੁੱਕਸ ਦੇ ਵਿੱਚ 1735 ਵੀ ਮਿਲਦਾ ਹੈ। ਹਾਸ਼ਮ ਦੀ ਸਾਰੀ ਰਚਨਾ ਹੈ? ਆਪਸ਼ਨ ਈੜੀ ਪ੍ਰੀਤ ਕਾਵ। ਹਾਸ਼ਮ ਦੀ ਰਚਨਾ ਉੱਤੇ ਕਿਸ ਦਾ ਰੰਗ ਛਾਇਆ ਹੋਇਆ ਹੈ? ਤਾਂ ਆਪਸ਼ਨ ਸੱਸਾ ਦਰਦ ਦਾ, ਸੋਚ ਦਾ ਤੇ ਫਿਰਾਕ, ਇਹਨਾਂ ਸਾਰਿਆਂ ਦਾ ਹੀ। ਹਾਸ਼ਮ ਨੇ ਆਪਣੀ ਰਚਨਾ ਵਿੱਚ ਕਿਹੜੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ? ਤਾਂ ਉਸਨੇ ਰੂਪਕ ਅਲੰਕਾਰ ਵੀ, ਉਪਮਾ ਤੇ ਅਨੁਪਰਾਸ ਤੇ ਅਤਕਥਨੀ ਅਲੰਕਾਰ, ਇਹਨਾਂ ਸਾਰਿਆਂ ਦੀ ਹੀ ਵਰਤੋਂ ਕੀਤੀ ਸੀ। ਕਾਦਰਯਾਰ ਦਾ ਕਿਹੜਾ ਕਿੱਸਾ ਘਰ ਘਰ ਪ੍ਰਸਿੱਧ ਹੋਇਆ? ਤਾਂ ਆਪਸ਼ਨ ਊੜਾ ਪੂਰਨ ਭਗਤ ਦਾ ਕਿੱਸਾ ਜਿਹੜਾ ਕਾਦਰਯਾਰ ਦੀ ਪ੍ਰਸਿੱਧ ਰਚਨਾ ਹੈ। ਕਾਦਰਯਾਰ ਦੇ ਕਿੱਸੇ ਵਿੱਚ ਕਿੰਨੀਆਂ ਛੀਹਰਫੀਆਂ ਮਿਲਦੀਆਂ ਨੇ? ਆਪਸ਼ਨ ਸੱਸਾ 5। ਕਾਦਰਯਾਰ ਦੀ ਕਵਿਤਾ ਦੇ ਵੱਡੇ ਗੁਣ ਕਿਹੜੇ ਹਨ? ਉਹਦੀ ਕਵਿਤਾ ਦੇ ਵਿੱਚ ਸਾਦਗੀ ਆ ਤੇ ਕੀ ਆ ਸੁਭਾਵਿਕਤਾ, ਇਸ ਲਈ ਈਡੀ ਆਪਸ਼ਨ ਸਹੀ ਹੋ ਜਾਂਦੀ ਹੈ, ਊੜਾ ਤੇ ਆੜਾ ਦੋਵੇਂ ਹੀ। ਕਾਦਰਯਾਰ ਦੀ ਕਿਹੜੀ ਕਲਾ ਦਾ ਮਾਹਿਰ ਸੀ? ਕਾਦਰਯਾਰ ਜਿਹੜਾ ਬਿਰਤਾਂਤ, ਆਪਸ਼ਨ ਊੜਾ। ਕਾਦਰਯਾਰ ਦੀ ਕਵਿਤਾ ਵਿੱਚ ਕਿਹੜਾ ਅੰਸ਼ ਕਾਫੀ ਜ਼ਿਆਦਾ ਮਿਲਦਾ ਹੈ? ਤਾਂ ਆਪਸ਼ਨ ਊੜਾ ਸੁੰਦਰਤਾ ਦਾ ਅੰਸ਼, ਈਡੀ ਆਪਸ਼ਨ ਰੋਮਾਂਚਿਕਤਾ ਦਾ ਅੰਸ਼। ਪੰਜਾਬੀ ਕਿੱਸਾ ਕਾਵਿ ਦਾ ਪਿਤਾਮਾ? ਆਪਸ਼ਨ ਐੜਾ ਦਮੋਦਰ। ਦਮੋਦਰ ਕਿਸ ਦਾ ਸਮਕਾਲੀ ਸੀ? ਆਪਸ਼ਨ ਊੜਾ ਅਕਬਰ ਦਾ। ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲਾਂ ਹੀਰ ਰਾਂਝੇ ਦਾ ਕਿੱਸਾ ਕਿਸ ਨੇ ਲਿਖਿਆ ਸੀ? ਤਾਂ ਸਭ ਤੋਂ ਪਹਿਲਾਂ ਜਿਹੜੀ ਹੀਰ ਲਿਖੀ ਸੀ ਉਹ ਲਿਖੀ ਸੀ ਦਮੋਦਰ ਨੇ। ਦਮੋਦਰ ਨੇ ਕਿਹੜੀ ਪ੍ਰੀਤ ਕਹਾਣੀ ਨੂੰ ਅੱਖੀ ਵੇਖਣ ਦਾ ਥਾਂ ਥਾਂ ਦਾਅਵਾ ਕੀਤਾ ਹੈ? ਆਪਸ਼ਨ ਈੜੀ ਹੀਰ ਰਾਂਝੇ ਦੀ ਕਿੱਸੇ ਦੇ ਵਿੱਚ ਉਸਨੇ ਵਾਰ-ਵਾਰ ਇਹ ਗੱਲ ਆਖੀ ਆ, ਅੱਖੀ ਡਿੱਠਾ ਕਿੱਸਾ ਕੀਤਾ। ਦਮੋਦਰ ਦਾ ਕਿੱਸਾ ਕਿਹੜੇ ਰਸ ਦਾ ਸੁਮੇਲ ਹੈ? ਆਪਸ਼ਨ ਸੱਸਾ ਉਹਦੇ ਵਿੱਚ ਸ਼ਿੰਗਾਰ ਰਸ ਵੀ ਹੈ, ਬੀਰ ਰਸ ਤੇ ਹਾਸ ਰਸ। ਹਾਫਿਜ਼ ਬਰਖੁਰਦਾਰ ਕਿਸ ਦਾ ਸਮਕਾਲੀ ਹੈ? ਆਪਸ਼ਨ ਐੜਾ ਸ਼ਾਹਜਹਾਂ ਦਾ। ਹਾਫਿਜ਼ ਬਰਖੁਰਦਾਰ ਨੇ ਕਿੰਨੇ ਕਿੱਸੇ ਲਿਖੇ? ਹਾਫਿਜ਼ ਬਰਖੁਰਦਾਰ ਨੇ 3 ਕਿੱਸੇ ਲਿਖੇ ਸੀ। ਹਾਫਿਜ਼ ਬਰਖੁਰਦਾਰ ਦੇ ਕਿੱਸੇ ਮਿਰਜ਼ਾ ਸਾਹਿਬਾ ਦੀ ਕਹਾਣੀ ਕਿਹੜੇ ਕਵੀ ਦੇ ਕਿੱਸੇ ਦੀ ਕਹਾਣੀ ਨਾਲ ਮਿਲਦੀ ਹੈ? ਆਪਸ਼ਨ ਊੜਾ ਪੀਲੂ ਦੇ।
ਹੇਠ ਲਿਖਿਆਂ ਵਿੱਚੋਂ ਕਿਹੜਾ ਕਿੱਸਾ ਹਾਫਿਜ਼ ਬਰਖੁਰਦਾਰ ਨੇ ਲਿਖਿਆ? ਤਾਂ ਹਾਫਿਜ਼ ਬਰਖੁਰਦਾਰ ਨੇ 3 ਕਿੱਸੇ ਲਿਖੇ ਸੀ। ਕਿਹੜੇ ਕਿਹੜੇ? ਮਿਰਜ਼ਾ ਸਾਹਿਬਾ, ਸੱਸੀ ਪੁੰਨੂ ਤੇ ਯੂਸਫ ਜ਼ੁਲੇਖਾ। ਹਾਫਿਜ਼ ਬਰਖੁਰਦਾਰ ਨੇ ਮਿਰਜ਼ਾ ਸਾਹਿਬਾ ਦੇ ਕਿੱਸੇ ਦਾ ਛੰਦ ਕਿਹੜਾ ਵਰਤਿਆ? ਤਾਂ ਆਪਸ਼ਨ ਏ ਡੀ ਪੀਲੂ ਵਾਲਾ। ਕਿੱਸਾ ਸ਼ਬਦ ਕਿਸ ਭਾਸ਼ਾ ਤੋਂ ਆਇਆ? ਕਿੱਸਾ ਜਿਹੜਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਜੇ ਪੰਜਾਬੀ ਦੇ ਵਿੱਚ ਕਿਸ ਭਾਸ਼ਾ ਤੋਂ ਆਇਆ ਤਾਂ ਫਿਰ ਕੀ ਆ? ਫਾਰਸੀ। ਪੰਜਾਬੀ ਦਾ ਕਿੱਸਾ ਸ਼ਬਦ ਸੰਸਕ੍ਰਿਤ ਦੇ ਕਿਸ ਸ਼ਬਦ ਤੋਂ ਵਿਕਸਿਤ ਹੋਇਆ? ਆਪਸ਼ਨ ਏ ਡੀ ਕਥਾ ਤੋਂ। ਪੰਜਾਬੀ ਵਿੱਚ ਕਿਹੜਾ ਕਿੱਸਾ ਸਭ ਤੋਂ ਵਧੇਰੇ ਲਿਖਿਆ ਗਿਆ? ਪੰਜਾਬੀ ਦੇ ਵਿੱਚ ਜਿਹੜਾ ਹੀਰ ਰਾਂਝੇ ਦਾ ਕਿੱਸਾ ਹੈ ਸਭ ਤੋਂ ਵਧੇਰੇ ਲਿਖਿਆ ਗਿਆ। ਲਗਭਗ 52 ਕਵੀਆਂ ਨੇ ਜਿਹੜਾ ਹੀਰ ਦਾ ਕਿੱਸਾ ਲਿਖਿਆ ਹੈ। ਕਿੱਸਾ ਕਾਵਿ ਦਾ ਬੋਲਬਾਲਾ ਕਦੋਂ ਤੱਕ ਰਿਹਾ? ਆਪਸ਼ਨ ਸੱਸਾ 19ਵੀਂ ਸਦੀ ਦੇ ਪਿਛਲੇ ਅੱਧ ਤੱਕ। ਪੰਜਾਬੀ ਵਿੱਚ ਸਭ ਤੋਂ ਪਹਿਲਾ ਕਿੱਸਾ ਕਿਸ ਨੇ ਲਿਖਿਆ ਸੀ? ਮੰਨਿਆ ਜਾਂਦਾ ਹੈ ਕਿ ਪੁਸ਼ਿਆ ਨੂੰ ਮੰਨਿਆ ਜਾਂਦਾ ਪਹਿਲਾ ਕਿੱਸਾਕਾਰ, ਪਰ ਜੇ ਸਹੀ ਮਾਇਨੇ 'ਚ ਦੇਖੀਏ ਪੰਜਾਬੀ ਕਿੱਸਾ ਕਾਵਿ ਦਾ ਮੁੱਢ ਜਿਹੜਾ ਹੈ ਉਹ ਦਮੋਦਰ ਤੋਂ ਹੀ ਵੱਜਦਾ ਹੈ। ਸਭ ਤੋਂ ਪਹਿਲਾ ਪੰਜਾਬੀ ਕਿੱਸਾ ਲਿਖਿਆ ਸੀ ਹੀਰ ਰਾਂਝਾ। ਦਮੋਦਰ ਨੇ ਲਿਖਿਆ ਸੀ ਹੀਰ ਰਾਂਝਾ। ਪੰਜਾਬੀ ਕਿੱਸਾਕਾਰਾਂ ਵਿੱਚੋਂ ਪ੍ਰਮੁੱਖ ਤੌਰ 'ਤੇ ਸਭ ਤੋਂ ਪਹਿਲਾ ਕਿੱਸਾਕਾਰ ਹੈ ਤਾਂ ਕਿਹੜਾ? ਦਮੋਦਰ। ਤੇ ਸਭ ਤੋਂ ਪਹਿਲਾ ਕਿੱਸਾ ਕਿਹੜਾ? ਹੀਰ। ਕਿੱਸਾਕਾਰ ਦਮੋਦਰ ਹੋ ਗਿਆ ਤੇ ਕਿੱਸਾ ਹੋ ਗਿਆ ਹੀਰ ਰਾਂਝਾ। ਕਿੱਸਿਆਂ ਰਾਹੀਂ ਕਿਸ ਚੀਜ਼ ਦਾ ਪ੍ਰਚਾਰ ਵਧਣ ਲੱਗਿਆ? ਆਪਸ਼ਨ ਸੱਸਾ ਉਪਰੋਕਤ ਸਾਰੇ ਹੀ। ਦਮੋਦਰ ਨੇ ਕਿਹੜਾ ਕਿੱਸਾ ਲਿਖਿਆ ਸੀ? ਦਮੋਦਰ ਨੇ ਆਪਸ਼ਨ ਏ ਡੀ ਹੀਰ ਰਾਂਝੇ ਦਾ ਕਿੱਸਾ ਲਿਖਿਆ ਸੀ। ਅਕਬਰ ਦਾ ਦਰਬਾਰੀ ਕਵੀ ਕੌਣ ਸੀ? ਆਪਸ਼ਨ ਐੜਾ ਗੰਗਾ ਭੱਟ। ਦਮੋਦਰ ਨੇ ਕਿਹੜੇ ਛੰਦ ਵਿੱਚ ਕਿੱਸਾ ਲਿਖਿਆ? ਤਾਂ ਆਪਸ਼ਨ ਏ ਡੀ ਦਵਈਆ ਛੰਦ ਦੇ ਵਿੱਚ। ਦਮੋਦਰ ਉੱਪਰ ਕਿਸ ਉਪਭਾਸ਼ਾ ਦਾ ਪ੍ਰਭਾਵ ਹੈ? ਆਪਸ਼ਨ ਸੱਸਾ ਲਹਿੰਦੀ ਦਾ। ਸਭ ਤੋਂ ਵੱਧ ਵਰਤੋਂ ਦਮੋਦਰ ਨੇ ਆਪਣੇ ਕਿੱਸੇ ਵਿੱਚ ਕਿੰਨਾਂ ਸ਼ਬਦਾਂ ਦੀ ਕੀਤੀ? ਤਾਂ ਆਪਸ਼ਨ ਏ ਡੀ ਆਖ ਦਮੋਦਰ ਅੱਖੀ ਡਿੱਠਾ। ਇਹ ਵਾਰ-ਵਾਰ ਤੁੱਕ ਦਾ ਵਰਤਣ ਦਾ ਮਤਲਬ ਇਹ ਸੀ ਕਿ ਉਹ ਕੀ ਹੈ ਲੋਕਾਂ ਦੀ ਕੀ ਹੈ ਵਿਸਾਹ ਸਿਰਜਣ ਦੀ ਜੁਗਤ ਵਰਤਦਾ ਹੈ। ਦਮੋਦਰ ਦਾ ਸਾਰਾ ਕਿੱਸਾ ਕਿੰਨੇ ਬੰਦਾਂ ਦੇ ਵਿੱਚ ਲਿਖਿਆ ਗਿਆ? ਆਪਸ਼ਨ ਸੱਸਾ 960 ਚੌਤੁਕੇ ਬੰਦ ਦੇ ਵਿੱਚ। ਮਸਨਵੀ ਕਿਸ ਕਾਵਿ ਰੂਪ ਨਾਲ ਸੰਬੰਧਿਤ ਹੈ? ਆਪਸ਼ਨ ਏ ਡੀ ਕਿੱਸਾ ਕਾਵਿ ਦੇ ਨਾਲ। ਕਿੱਸਾ ਕਾਵਿ ਦਾ ਪ੍ਰਧਾਨ ਰਸ ਕਿਹੜਾ ਹੈ? ਆਪਸ਼ਨ ਐੜਾ ਕਰੁਣਾ ਰਸ। ਕਿੱਸਾ ਸਾਹਿਤ ਦਾ ਹੈ? ਆਪਸ਼ਨ ਐੜਾ ਰੋਮਾਂਸਵਾਦੀ ਰੂਪ। ਕਿੱਸਾ ਕਾਵਿ ਵਿੱਚ ਵੱਧ ਵਰਤਿਆ ਜਾਣ ਵਾਲਾ ਛੰਦ ਹੈ? ਸਭ ਤੋਂ ਵਧੇਰੇ ਛੰਦ ਜਿਹੜਾ ਕਿੱਸਾ ਕਾਵਿ 'ਚ ਵਰਤਿਆ ਹੈ ਆਪਸ਼ਨ ਐੜਾ ਬੈਂਤ। ਪੀਲੂ ਨੇ ਕਿਸ ਕਿੱਸੇ ਨੂੰ ਲਿਖਿਆ? ਪੀਲੂ ਨੇ ਮਿਰਜ਼ਾ ਸਾਹਿਬਾ ਦਾ ਕਿੱਸਾ ਲਿਖਿਆ ਸੀ। ਇਹ ਕਿੱਸਾ ਲੋਕ ਕਾਵਿ ਰੂਪਾਂ ਦੇ ਕਿਹੜੇ ਰੂਪ ਵਿੱਚ ਲਿਖਿਆ ਗਿਆ ਹੈ? ਜਿਹੜਾ ਪੀਲੂ ਦਾ ਕਿੱਸਾ ਹੈ ਇਹ ਸੱਧ ਕਾਵਿ ਰੂਪ ਦੇ ਵਿੱਚ ਲਿਖਿਆ ਹੋਇਆ ਹੈ। ਸਮੁੱਚੇ ਤੌਰ 'ਤੇ ਪੀਲੂ ਦੇ ਕਿੱਸੇ 'ਤੇ ਕਿਸ ਰਸ ਦਾ ਪ੍ਰਭਾਵ ਹੈ? ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਐੜਾ ਕਰੁਣਾ ਰਸ। ਪੀਲੂ ਦੇ ਕਈ ਕਥਨ ਬੋਲੀ ਦੀ ਸਾਦਗੀ ਕਾਰਨ ਕੀ ਬਣ ਗਏ ਹਨ? ਤਾਂ ਆਪਸ਼ਨ ਸੱਸਾ ਲੋਕ ਉਕਤੀਆਂ। ਮੇਰੀ ਘੋੜੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰਨ ਖੁਦਾ, ਇਸ ਵਿੱਚ ਕਿਹੜਾ ਅਲੰਕਾਰ ਹੈ? ਸੱਸਾ ਆਪਸ਼ਨ ਅਤਕਥਨੀ ਅਲੰਕਾਰ। ਅਤਕਥਨੀ ਅਲੰਕਾਰ ਉਹ ਹੁੰਦਾ ਜਿਹਦੇ ਵਿੱਚ ਜ਼ਿਆਦਾ ਹੀ ਵਧਾ ਚੜ੍ਹਾ ਕੇ ਕੀ ਹੈ ਗੱਲ ਕੀਤੀ ਜਾਂਦੀ ਹੈ। ਪੀਲੂ ਦੇ ਕਿੱਸੇ 'ਤੇ ਕਿਸ ਉਪਭਾਸ਼ਾ ਦਾ ਪ੍ਰਭਾਵ ਹੈ? ਤਾਂ ਪੀਲੂ ਨੇ ਕਿਹੜਾ ਕਿੱਸਾ ਲਿਖਿਆ ਸੀ? ਮਿਰਜ਼ਾ ਸਾਹਿਬਾ। ਤੇ ਉਹਦੇ 'ਤੇ ਕਿਹੜੀ ਉਪਭਾਸ਼ਾ ਦਾ ਪ੍ਰਭਾਵ ਹੈ? ਮਾਝੀ। ਪੀਲੂ ਦਾ ਕਿੱਸਾ ਕਦੋਂ ਲਿਖਿਆ ਗਿਆ? ਤਾਂ ਆਪਸ਼ਨ ਸੱਸਾ ਨਾਨਕ ਕਾਲ ਦੇ ਵਿੱਚ। ਹਾਫਿਜ਼ ਦੀ ਬੋਲੀ ਉੱਪਰ ਕਿਸ ਭਾਸ਼ਾ ਦਾ ਪ੍ਰਭਾਵ ਹੈ? ਆਪਸ਼ਨ ਸੱਸਾ ਫਾਰਸੀ ਭਾਸ਼ਾ ਦਾ। ਅਹਿਮਦ ਗੁੱਜਰ ਨੇ ਕਿਹੜਾ ਕਿੱਸਾ ਲਿਖਿਆ? ਅਹਿਮਦ ਗੁੱਜਰ ਨੇ ਹੀਰ ਦਾ ਕਿੱਸਾ ਲਿਖਿਆ ਸੀ। ਤੁਸੀਂ ਕਹਿ ਰਹੇ ਸੀ ਕਿ ਟੈਸਟ ਲੰਬਾ ਹੋ ਜਾਂਦਾ, ਜ਼ਿਆਦਾ ਪ੍ਰਸ਼ਨ ਹੁੰਦੇ ਆ। ਕੋਈ ਗੱਲ ਨਹੀਂ, ਆਪਾਂ ਨੈਕਸਟ ਟੈਸਟ ਦੇ ਵਿੱਚ ਨਾ ਘੱਟ ਕਰ ਲਾਂਗੇ, ਛੋਟਾ ਜਿਹਾ ਟੈਸਟ ਰੱਖ ਲਿਆ ਕਰਾਂਗੇ।
ਸਦੀਕ ਲਾਲੀ ਨੇ ਕਿਹੜਾ ਕਿੱਸਾ ਲਿਖਿਆ ਸੀ? ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਏ ਡੀ ਯੂਸਫ ਜ਼ਲੇਖਾ ਦਾ। ਸਦੀਕ ਲਾਲੀ ਕਿਸ ਭਾਸ਼ਾ ਦਾ ਵਿਦਵਾਨ ਸੀ? ਤਾਂ ਆਪਸ਼ਨ ਐੜਾ ਅਰਬੀ ਭਾਸ਼ਾ ਦਾ। ਮੀਆਂ ਚਿਰਾਗ ਨੇ ਕਿਹੜਾ ਕਿੱਸਾ ਲਿਖਿਆ? ਆਪਸ਼ਨ ਊੜਾ ਹੀਰ ਰਾਂਝਾ ਦਾ। ਮੀਆਂ ਚਿਰਾਗ ਦਾ ਸਮਾਂ ਕਿਹੜਾ ਸੀ? ਆਪਸ਼ਨ ਐੜਾ 1521 ਤੋਂ 1707 ਈਸਵੀ। ਮੁਕਬਲ ਨੇ ਕਿਹੜਾ ਕਿੱਸਾ ਲਿਖਿਆ ਸੀ? ਆਪਸ਼ਨ ਊੜਾ ਸੱਸੀ ਪੁੰਨੂ ਦਾ ਕਿੱਸਾ। ਮੁਕਬਲ ਨੇ ਹੀਰ ਰਾਂਝੇ ਦਾ ਕਿੱਸਾ ਲਿਖਿਆ ਸੀ। ਹਾਮਦ ਦੀ ਪ੍ਰਸਿੱਧ ਰਚਨਾ ਕਿਹੜੀ ਹੈ? ਤਾਂ ਹਾਮਦ ਨੇ ਜਿਹੜਾ ਕਿੱਸਾ ਲਿਖਿਆ ਸੀ ਹੀਰ ਦਾ। ਚਿਰਾਗ ਅਵਾਨ ਦਾ ਕਿੱਸਾ ਕਿਹੜਾ ਹੈ? ਚਿਰਾਗ ਅਵਾਨ ਦਾ ਕਿੱਸਾ ਸੀ ਹੀਰ। ਵਾਰਿਸ ਦੀ ਰਚਨਾ ਕਿਹੜੀ ਹੈ? ਵਾਰਿਸ ਸ਼ਾਹ ਨੇ ਕਿਹੜਾ ਕਿੱਸਾ ਲਿਖਿਆ? ਹੀਰ ਦਾ। ਵਾਰਿਸ ਨੇ ਹੀਰ ਕਿੰਨੇ ਬੰਦਾਂ ਵਿੱਚ ਲਿਖੀ? ਆਪਸ਼ਨ ਐੜਾ 611 ਬੰਦਾਂ ਦੇ ਵਿੱਚ। ਹੀਰ ਵਾਰਿਸ ਨੇ ਕਿਹੜਾ ਛੰਦ ਹੀਰ ਨੇ ਵਾਰਿਸ ਦਾ ਕਿੱਸਾ ਕਿਹੜੇ ਛੰਦ ਵਿੱਚ ਲਿਖਿਆ ਸੀ? ਆਪਸ਼ਨ ਏ ਡੀ ਬੈਂਤ ਛੰਦ ਦੇ ਵਿੱਚ। ਵਾਰਿਸ ਸ਼ਾਹ ਨੇ ਕਿਸ ਇਸਤਰੀ ਨਾਲ ਪ੍ਰੇਮ ਕੀਤਾ ਸੀ ਤੇ ਉਸ ਦਾ ਨਾਂ ਇਸ ਕਿੱਸੇ ਵਿੱਚ 7-8 ਵਾਰ ਵੀ ਦੁਹਰਾਇਆ? ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਐੜਾ ਭਾਗ ਭਰੀ। ਬੀਬਲ ਨੇ ਕਿਹੜਾ ਕਿੱਸਾ ਲਿਖਿਆ ਸੀ? ਤਾਂ ਬੀਬਲ ਨੇ ਕਿਹੜਾ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਸੀ। ਸੋਹਣੀ ਮਹੀਵਾਲ ਤੇ ਸ਼ੀਰੀ ਫਰਹਾਦ ਕਿਸ ਛੰਦ ਵਿੱਚ ਰਚਿਆ ਗਿਆ? ਆਪਸ਼ਨ ਸੱਸਾ ਬੈਂਤ ਛੰਦ ਦੇ ਵਿੱਚ। ਹਾਸ਼ਮ ਦੀ ਪ੍ਰਸਿੱਧੀ ਕਿਸ ਕਿੱਸੇ ਕਾਰਨ ਹੋਈ? ਹਾਸ਼ਮ ਦੀ ਪ੍ਰਸਿੱਧੀ ਜਿਹੜੀ ਹੈ ਸੱਸੀ ਪੁੰਨੂ ਦਾ ਕਿੱਸਾ ਲਿਖਣ ਕਰਕੇ ਹੋਈ ਸੀ। ਇਹਦੇ ਬਾਰੇ ਬਾਬਾ ਬੁੱਧ ਸਿੰਘ ਨੇ ਕਿਹਾ ਵੀ ਸੀ ਕਿ ਹਾਸ਼ਮ ਨੇ ਸੱਸੀ ਕਾਦੀ ਆਖੀ ਘਰ ਘਰ ਬਿਰਹੋ ਮਹਾਤਾ ਲਾ ਦਿੱਤਾ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਕਿੱਸਾਕਾਰਾਂ ਨੇ ਇਸ ਬਾਰੇ ਕਿਹਾ ਹੈ। ਕਾਦਰਯਾਰ ਦੀ ਸ਼ਾਹਕਾਰ ਰਚਨਾ ਕਿਹੜੀ ਹੈ? ਤਾਂ ਆਪਸ਼ਨ ਐੜਾ ਪੂਰਨ ਭਗਤ ਦਾ ਕਿੱਸਾ ਲਿਖਣ ਕਰਕੇ ਜਿਹੜਾ ਕਾਦਰਯਾਰ ਪ੍ਰਸਿੱਧ ਹੋਇਆ ਸੀ। ਪੂਰਨ ਦਾ ਕਿੱਸਾ ਸੁਣਾਉਣ ਤੇ ਕਾਦਰਯਾਰ ਨੂੰ ਕੀ ਮਿਲਿਆ ਸੀ ਇਨਾਮ ਦੇ ਵਿੱਚ? ਤਾਂ ਆਪਸ਼ਨ ਐੜਾ ਉਸਨੂੰ ਖੂਹ ਮਿਲਿਆ ਸੀ। ਪੂਰਨ ਭਗਤ ਦਾ ਕਿੱਸਾ ਉਸਨੇ ਕਿਹੜੇ ਰੂਪ ਦੇ ਵਿੱਚ ਲਿਖਿਆ? ਆਪਸ਼ਨ ਏ ਡੀ ਬੈਂਤਾਂ ਦੇ ਵਿੱਚ। ਪੰਜਾਬੀ ਵਿੱਚ ਸਭ ਤੋਂ ਵੱਧ ਕਿੱਸੇ ਲਿਖੇ? ਤਾਂ ਆਪਸ਼ਨ ਐੜਾ ਅਹਿਮਦ ਯਾਰ ਨੇ। ਅਹਿਮਦ ਯਾਰ ਖੁਦ ਵੀ ਕਹਿੰਦਾ ਹੁੰਦਾ ਕਿ ਜਿਤਨੇ ਕਿੱਸੇ ਅਤੇ ਕਿਤਾਬਾਂ ਉਮਰ ਸਾਰੀ ਮੈਂ ਜੋੜੇ, ਗਿਣਨ ਲੱਗਾ ਤਾਂ ਯਾਦ ਨਾ ਆਵਣ, ਜੋ ਦੱਸਾਂ ਸੋ ਥੋੜੇ। ਜਿਹੜੀ ਹੈ ਗਿਣਤੀ ਪੱਖੋਂ ਸਭ ਤੋਂ ਵੱਧ ਕਿੱਸੇ ਅਹਿਮਦ ਯਾਰ ਦੇ ਆ। ਚੰਦਰ ਬਦਨ ਕਿਸ ਰਾਜ ਦੀ ਵੀਰ ਗਾਥਾ ਦਾ ਬਦਲਿਆ ਰੂਪ ਹੈ? ਆਪਸ਼ਨ ਊੜਾ ਰਾਜਸਥਾਨ ਦੀ। ਫਜ਼ਲ ਸ਼ਾਹ ਨੇ ਸੋਹਣੀ ਮਹੀਵਾਲ ਦੇ ਕਿੱਸੇ ਵਿੱਚ ਕਿਹੜੇ ਛੰਦ ਦੀ ਵਰਤੋਂ ਕੀਤੀ ਸੀ? ਤਾਂ ਆਪਸ਼ਨ ਸੱਸਾ ਬੈਂਤ ਛੰਦ ਦੀ। ਪੰਜਾਬੀ ਕਿੱਸਾ ਕਾਵਿ ਅਤੇ ਦੁਖਾਂਤ ਪਰੰਪਰਾ ਦਾ ਲੇਖਕ ਹੈ? ਆਪਸ਼ਨ ਊੜਾ ਡਾਕਟਰ ਬਿਕਰਮ ਸਿੰਘ ਘੁੰਮਣ। ਕਿਸ ਨੇ ਹੀਰ ਦਾ ਕਿੱਸਾ ਕਲੀਆਂ ਦੇ ਵਿੱਚ ਲਿਖਿਆ? ਨਹੀਂ, ਇੱਥੇ ਕਲੀਆਂ ਨਹੀਂ ਆਊਗਾ, ਕਬਿੱਤ ਦੇ ਵਿੱਚ ਲਿਖਿਆ ਸੀ ਭਗਵਾਨ ਸਿੰਘ ਨੇ, ਕਿਉਂਕਿ ਕਲੀਆਂ ਦੇ ਵਿੱਚ ਜਿਹੜੀ ਹੀਰ ਆ ਉਹ ਤਾਂ ਲਿਖੀ ਸੀ ਕਿਸ਼ਨ ਸਿੰਘ ਆਰਿਫ ਨੇ। ਇਹ ਸਹੀ ਕਰ ਲਿਓ, ਕਲੀਆਂ ਨਹੀਂ ਕਬਿੱਤ ਦੇ ਵਿੱਚ ਹੀਰ ਲਿਖੀ ਸੀ ਭਗਵਾਨ ਸਿੰਘ ਨੇ, ਕਲੀਆਂ ਵਿੱਚ ਲਿਖੀ ਕਿਸ਼ਨ ਸਿੰਘ ਆਰਿਫ ਨੇ। ਸੋਹਣੀ ਦੀ ਪ੍ਰੀਤ ਕਹਾਣੀ ਨੂੰ ਸਭ ਤੋਂ ਪਹਿਲਾਂ ਕਿਹੜੇ ਕਵੀ ਨੇ ਕਾਵਿ ਰੂਪ ਦਿੱਤਾ? ਤਾਂ ਆਪਸ਼ਨ ਊੜਾ ਹਾਸ਼ਮ ਨੇ। ਕਾਦਰਯਾਰ ਕਿਹੜੇ ਸਾਹਿਤਿਕ ਕਾਲ ਦਾ ਕਿੱਸਾਕਾਰ ਹੈ? ਤਾਂ ਆਪਸ਼ਨ ਐੜਾ ਮਹਾਰਾਜਾ ਰਣਜੀਤ ਸਿੰਘ ਕਾਲ ਦਾ। ਹਾਫਿਜ਼ ਬਰਖੁਰਦਾਰ ਕਿਹੜੇ ਬਾਦਸ਼ਾਹ ਦਾ ਸਮਕਾਲੀ ਹੈ? ਆਪਸ਼ਨ ਐੜਾ ਔਰੰਗਜ਼ੇਬ ਦਾ। ਅਹਿਮਦ ਯਾਰ ਨੇ ਇਹਨਾਂ ਵਿੱਚੋਂ ਕਿਹੜਾ ਕਿੱਸਾ ਪੰਜਾਬੀ ਸਾਹਿਤ ਨੂੰ ਦਿੱਤਾ? ਆਪਸ਼ਨ ਸੱਸਾ ਇਹ ਸਾਰੇ ਹੀ। ਹਾਤਮ ਤਾਈ, ਰਾਜ ਬੀਬੀ, ਲੈਲਾ ਮਜਨੂ ਤੇ ਕਾਮਰੂਪ। ਦਮੋਦਰ ਆਪਣੇ ਆਪ ਨੂੰ ਕਿਹੜੇ ਬਾਦਸ਼ਾਹ ਦਾ ਸਮਕਾਲੀ ਦੱਸਦਾ ਹੈ? ਆਪਸ਼ਨ ਸੱਸਾ ਅਕਬਰ ਦਾ। ਪੀਲੂ ਕਿਹੜੇ ਸਾਹਿਤ ਇਤਿਹਾਸਿਕ ਕਾਲ ਦਾ ਕਿੱਸਾਕਾਰ ਹੈ? ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਈ ਡੀ ਗੁਰੂ ਨਾਨਕ ਕਾਲ ਦਾ।
ਪੀਲੂ ਨੇ ਆਪਣੇ ਕਿੱਸੇ ਲਈ ਕਿਹੜਾ ਛੰਦ ਵਰਤਿਆ? ਪੀਲੂ ਨੇ ਜਿਹੜਾ ਆਪਦਾ ਕਿੱਸਾ ਲਿਖਿਆ ਸੀ ਉਹ ਲਿਖਿਆ ਸੀ ਸੱਦ ਦੇ ਵਿੱਚ। ਪੀਲੂ ਦੇ ਕਿੱਸੇ ਦੀ ਬੋਲੀ ਕਿਹੋ ਜਿਹੀ ਆ? ਆਪਸ਼ਨ ਏਡੀ ਪੰਜਾਬੀ ਤੇ ਕਈ ਬੋਲੀਆਂ ਤੋਂ ਪ੍ਰਭਾਵਿਤ ਹੈ। ਵਾਰਿਸ ਸ਼ਾਹ ਕਿਹੜੇ ਸਾਹਿਤ ਇਤਿਹਾਸਿਕ ਕਾਲ ਦਾ ਕਿੱਸਾਕਾਰ ਹੈ? ਆਪਸ਼ਨ ਸੱਸਾ ਉੱਤਰ ਨਾਨਕ ਕਾਲ ਦਾ। ਵਾਰਿਸ ਸ਼ਾਹ ਨੇ ਹੀਰ ਦੇ ਕਿੱਸੇ ਵਿੱਚ ਕਿਹੜੇ ਛੰਦ ਦੀ ਵਰਤੋਂ ਕੀਤੀ? ਆਪਸ਼ਨ ਊੜਾ ਬੈਂਤ ਛੰਦ ਦੇ ਵਿੱਚ। ਵਾਰਿਸ ਨੇ ਹੀਰ ਕਿੰਨੇ ਬੰਦਾਂ ਦੇ ਵਿੱਚ ਲਿਖੀ ਸੀ? ਤਾਂ ਵਾਰਿਸ ਦਾ ਕਿੱਸਾ ਜਿਹੜਾ ਆਪਾਂ ਉੱਪਰ ਪ੍ਰਸ਼ਨ ਕਰ ਲਿਆ 611 ਬੰਦਾਂ ਦੇ ਵਿੱਚ ਲਿਖੀ ਸੀ। ਹਾਸ਼ਮ ਕਿਹੜੇ ਸਾਹਿਤ ਇਤਿਹਾਸਿਕ ਕਾਲ ਦਾ ਕਿੱਸਾਕਾਰ ਹੈ? ਤਾਂ ਆਪਸ਼ਨ ਸੱਸਾ ਮਹਾਰਾਜਾ ਰਣਜੀਤ ਸਿੰਘ ਕਾਲ ਦਾ। ਕਿੱਸਾਕਾਰ ਹਾਸ਼ਮ ਨੇ ਸੱਸੀ ਪੁੰਨੂ ਤੋਂ ਇਲਾਵਾ ਹੋਰ ਕਿਹੜਾ ਕਿੱਸਾ ਲਿਖਿਆ ਸੀ? ਹਾਸ਼ਮ ਨੇ 5 ਕਿੱਸੇ ਲਿਖੇ ਸੀ। ਇੱਕ ਤਾਂ ਹੋ ਗਿਆ ਸੱਸੀ ਪੁੰਨੂ, ਉਸ ਤੋਂ ਬਾਅਦ ਸ਼ੀਰੀ ਫਰਹਾਦ, ਸੋਹਣੀ ਮੇਵਾਲ, ਲੈਲਾ ਮਜਨੂ ਤੇ ਹੀਰ ਰਾਂਝੇ ਦੇ ਕਿੱਸੇ ਜਿਹੜੇ ਆ ਹਾਸ਼ਮ ਨੇ ਲਿਖੇ ਸੀ। ਹਾਸ਼ਮ ਨੇ ਸੱਸੀ ਦੇ ਕਿੱਸੇ ਵਿੱਚ ਕਿਹੜਾ ਛੰਦ ਵਰਤਿਆ? ਤਾਂ ਆਪਸ਼ਨ ਊੜਾ ਦੋ ਤੁਕੀ ਦਵਈਆ ਛੰਦ। ਹਾਸ਼ਮ ਦੇ ਕਿੱਸੇ ਸੱਸੀ ਪੁੰਨੂ ਵਿਚਲੀ ਪੰਜਾਬੀ ਵਿੱਚ ਕਿਹੜੀ ਉਪਭਾਸ਼ਾ ਦਾ ਰਲਾਅ ਮਿਲਦਾ ਹੈ? ਤਾਂ ਆਪਸ਼ਨ ਊੜਾ ਲਹਿੰਦੀ ਉਪਭਾਸ਼ਾ ਦਾ। ਪੂਰਨ ਭਗਤ ਦੇ ਕਿੱਸੇ ਤੋਂ ਇਲਾਵਾ ਕਾਦਰਯਾਰ ਦੀਆਂ ਕਾਵਿ ਰਚਨਾਵਾਂ ਵਿੱਚ ਹੋਰ ਕਿਹੜੀ ਰਚਨਾ ਸ਼ਾਮਿਲ ਹੈ? ਤਾਂ ਉਹਦੀਆਂ ਜਿਹੜੀਆਂ ਕਾਦਰਯਾਰ ਦੇ ਪੂਰਨ ਭਗਤ ਦਾ ਕਿੱਸਾ ਤਾਂ ਲਿਖਿਆ ਹੀ ਸੀ, ਉਸ ਤੋਂ ਇਲਾਵਾ ਉਸਨੇ ਸ਼ੀ ਹਰਫੀ ਹਰੀ ਸਿੰਘ ਨਲੂਆ, ਰਾਜਾ ਰਸਾਲੂ ਤੇ ਮਹਿਰਾਜਨਾਮਾ, ਇਸ ਲਈ ਸੱਸਾ ਆਪਸ਼ਨ ਸਹੀ ਹੋ ਜੂਗੀ। ਇਹ ਸਾਰੇ ਹੀ। ਕਾਦਰਯਾਰ ਦੀ ਪਹਿਲੀ ਕਾਵਿ ਰਚਨਾ ਕਿਹੜੀ ਹੈ? ਆਪਸ਼ਨ ਊੜਾ ਮਹਿਰਾਜਨਾਮਾ। ਵਾਰ ਪੂਰਨ ਭਗਤ ਕਿਸ ਵਿੱਚ ਲਿਖੀ ਗਈ? ਤਾਂ ਆਪਸ਼ਨ ਐੜਾ ਸ਼ੀ ਹਰਫੀਆਂ ਦੇ ਵਿੱਚ। ਕਿਸ ਸ਼ਾਇਰ ਨੇ ਹੀਰ ਦਾ ਕਿੱਸਾ ਨਹੀਂ ਲਿਖਿਆ ਇਹਨਾਂ ਦੇ ਵਿੱਚੋਂ? ਤਾਂ ਆਪਸ਼ਨ ਸੱਸਾ ਪੀਲੂ। ਪੀਲੂ ਨੇ ਕੀ ਆ ਮਿਰਜ਼ਾ ਸਾਹਿਬਾ ਦਾ ਕਿੱਸਾ ਲਿਖਿਆ ਸੀ। ਕਿੱਸੇ ਦਾ ਆਰੰਭ ਕਿਸ ਤੋਂ ਹੁੰਦਾ ਹੈ? ਜਿਹੜਾ ਕਿੱਸੇ ਦਾ ਆਰੰਭ ਹੁੰਦਾ ਉਹ ਹੁੰਦਾ ਮੰਗਲਾ ਚਰਨ ਤੋਂ। ਹੀਰ ਵਾਰਿਸ ਦੇ ਪਾਠ ਦੀ ਅੰਦਰਲੀ ਗਵਾਹੀ ਤੋਂ ਇਸ ਰਚਨਾ ਦੀ ਕਿਸ ਸੰਨ ਵਿੱਚ ਮੁਕੰਮਲ ਹੋਣ ਦੀ ਸੂਚਨਾ ਮਿਲਦੀ ਹੈ? ਤਾਂ ਜਿਹੜਾ ਹੀਰ ਵਾਰਿਸ ਨੇ ਆਪਣਾ ਕਿੱਸਾ ਲਿਖਿਆ ਸੀਗਾ ਇਹ 1766 ਈਸਵੀ ਦੇ ਵਿੱਚ ਸੰਪੂਰਨ ਹੋਇਆ ਸੀ। ਇਹ ਸੀ ਸਾਡੇ ਅੱਜ ਕਿੱਸਾ ਕਾਵਿ ਨਾਲ ਸੰਬੰਧਿਤ ਪ੍ਰਸ਼ਨ। ਆਪਣਾ ਅਗਲਾ ਟੈਸਟ ਵੀਰ ਕਾਵਿ ਨਾਲ ਸੰਬੰਧਿਤ ਹੋਊਗਾ, ਉਹ ਮੈਂ ਤੁਹਾਨੂੰ ਬਾਅਦ 'ਚ ਦੱਸ ਦੂੰ ਕਦੋਂ ਹੋਊਗਾ, ਥੋੜ੍ਹਾ ਠੀਕ ਹੋ ਜਾਵਾਂ। ਥੈਂਕ ਯੂ।